एवरीवन। ਹੁਣ ਅਸੀਂ ਕਰ ਰਹੇ ਹਾਂ ਬੀਐਡ ਫਸਟ ਈਅਰ ਦਾ ਜੋ ਸਾਡਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ, ਜਿਹਦੇ ਵਿੱਚ ਆਪਾਂ ਥਰਡ ਯੂਨਿਟ ਆਪਣੀ ਸਟਾਰਟ ਕਰ ਚੁੱਕੇ ਹਾਂ। ਤਾਂ ਪਿਛਲਾ ਜਿਹੜਾ ਆਪਾਂ ਲੈਕਚਰ ਕੀਤਾ ਸੀਗਾ ਉਹਦੇ ਵਿੱਚ ਆਪਾਂ ਮੈਥਡਸ ਆਫ ਟੀਚਿੰਗ ਆਫ ਕੰਪੋਜੀਸ਼ਨ ਸਟਾਰਟ ਕੀਤਾ ਸੀਗਾ ਕਿ ਜੋ ਸਾਡੀ ਕੰਪੋਜੀਸ਼ਨ ਹੈ, ਕੰਪੋਜੀਸ਼ਨ ਮਤਲਬ ਰਚਨਾ। ਰਚਨਾ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ, ਨਿਬੰਧ ਹੋ ਸਕਦਾ ਉਹ ਕਵਿਤਾ ਹੋ ਸਕਦੀ ਹੈ, ਉਹ ਇੱਕ ਨਾਟਕ ਹੋ ਸਕਦਾ ਹੈ। ਤਾਂ ਜੋ ਰਚਨਾ ਹੈ ਉਹਨੂੰ ਅਸੀਂ ਕਿਸ ਵਿਧੀਆਂ ਨਾਲ ਜਾਂ ਕਿਹੜੀ ਕਲਾਸ ਦੇ ਬੱਚਿਆਂ ਨੂੰ ਕਿਵੇਂ ਆਪਾਂ ਜਿਹੜਾ ਆਪਣਾ ਰਚਨਾ ਕਰਨ ਦਾ ਤਰੀਕਾ ਉਹ ਸਿਖਾ ਸਕਦੇ ਹਾਂ। ਆਪਾਂ ਪਿੱਛੇ ਕੀਤਾ ਸੀਗਾ ਕਿ ਰਚਨਾ ਦੋ ਪ੍ਰਕਾਰ ਦੀ ਹੁੰਦੀ ਆ, ਮੌਖਿਕ ਰਚਨਾ ਤੇ ਲਿਖਿਤ ਰਚਨਾ। ਤਾਂ ਫਿਰ ਆਪਾਂ ਉਸ ਤੋਂ ਬਾਅਦ ਉਹਦੇ ਮੈਥਡ ਸਟਾਰਟ ਕੀਤੇ ਸੀਗੇ ਕਿ ਕਿਹੜੇ ਮੈਥਡਸ ਨੇ। ਆਪਾਂ ਜਿਹੜਾ ਫਸਟ ਮੈਥਡ ਕੀਤਾ ਸੀਗਾ ਉਹ ਆਪਾਂ ਕੀਤਾ ਸੀਗਾ ਕਿ ਜਿਹੜੀਆਂ ਮੁੱਢਲੀਆਂ ਸ਼੍ਰੇਣੀਆਂ ਹੁੰਦੀਆਂ ਨੇ, ਮੁੱਢਲੀਆਂ ਸ਼੍ਰੇਣੀਆਂ ਨੂੰ ਆਪਾਂ ਜਿਹੜੀ ਰਚਨਾ ਸਿੱਖਿਆ ਉਹ ਕਿਵੇਂ ਸਿਖਾ ਸਕਦੇ ਹਾਂ। ਆਰੰਭਿਕ ਰਚਨਾ ਸਿੱਖਿਆ ਬਾਰੇ ਆਪਾਂ ਗੱਲ ਕੀਤੀ ਸੀਗੀ। ਜਿਹੜਾ ਆਪਣਾ ਸੈਕੰਡ ਪੁਆਇੰਟ ਸੀਗਾ ਉਹ ਸੀਗਾ ਆਪਣਾ ਮਿਡਲ ਪੱਧਰ ਉੱਤੇ ਰਚਨਾ ਸਿੱਖਿਆ। ਸਟਾਰਟਿੰਗ ਵਾਲਾ ਸੀਗਾ ਆਪਣਾ ਮੈਥਡ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਆਰੰਭਿਕ ਦੀ। ਇੱਕ ਤਾਂ ਆਪਾਂ ਆਰੰਭਿਕ ਰਚਨਾ ਸਿੱਖਿਆ ਕੀਤੀ ਸੀਗੀ ਜਿਹੜੀਆਂ ਵੀ ਸਟਾਰਟਿੰਗ ਵਾਲੀਆਂ ਸ਼੍ਰੇਣੀਆਂ ਹੁੰਦੀਆਂ ਨੇ, ਖਾਸ ਕਰਕੇ ਪ੍ਰਾਇਮਰੀ ਲੈਵਲ ਦੀਆਂ ਸ਼੍ਰੇਣੀਆਂ। ਦੂਜਾ ਆਪਾਂ ਕੀਤਾ ਸੀਗਾ ਮਾਧਿਅਮਿਕ ਤੇ, ਕਿ ਜਿਹੜੀਆਂ ਵਿਚਕਾਰ ਵਾਲੀਆਂ ਸ਼੍ਰੇਣੀਆਂ ਹੁੰਦੀਆਂ ਨੇ, ਮਾਧਿਅਮਿਕ ਸ਼੍ਰੇਣੀਆਂ ਵਿੱਚ ਰਚਨਾ ਸਿੱਖਿਆ। ਇਹ ਆਪਾਂ ਦੋ ਪਾਰਟ ਕਰ ਚੁੱਕੇ ਹਾਂ ਕਿ ਆਪਾਂ ਮੁੱਢਲੀਆਂ ਕਲਾਸਾਂ ਉੱਤੇ ਜਾਂ ਫਿਰ ਆਪਾਂ ਮਿਡਲ ਪੱਧਰ ਉੱਤੇ ਕਿਵੇਂ ਕਰ ਸਕਦੇ ਹਾਂ ਜਾਂ ਮਿਡਲ ਰਚਨਾ ਸਿੱਖਿਆ। ਆਪਾਂ ਇਹਨੂੰ ਮਿਡਲ ਪੱਧਰ ਉੱਤੇ ਲਿਖਦੇ ਹਾਂ, ਮਿਡਲ ਪੱਧਰ ਉੱਤੇ ਰਚਨਾ ਸਿੱਖਿਆ। ਜਿਹੜੀਆਂ ਮਿਡਲ ਪੱਧਰ ਦੀਆਂ ਸ਼੍ਰੇਣੀਆਂ ਹੁੰਦੀਆਂ ਨੇ, ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜੀਆਂ ਉੱਚ ਸ਼੍ਰੇਣੀ ਵਿੱਚ ਆਪਾਂ ਕਿਵੇਂ ਰਚਨਾ ਕਰਵਾ ਸਕਦੇ ਹਾਂ। ਤਾਂ ਆਪਾਂ ਅੱਜ ਉੱਚ ਸ਼੍ਰੇਣੀ ਦੀ ਗੱਲ ਕਰਾਂਗੇ ਕਿ ਉੱਚ ਸ਼੍ਰੇਣੀਆਂ ਵਿੱਚ ਜਿਹੜੀ ਰਚਨਾ ਸਿੱਖਿਆ ਉਹ ਕਿਸ ਤਰੀਕੇ ਨਾਲ ਆਪਾਂ ਸਿਖਾ ਸਕਦੇ ਹਾਂ। ਉੱਚ ਸ਼੍ਰੇਣੀਆਂ ਵਿੱਚ ਰਚਨਾ ਸਿੱਖਿਆ। ਹੁਣ ਉੱਚ ਸ਼੍ਰੇਣੀਆਂ ਵਿੱਚ ਰਚਨਾ ਜਿਹੜਾ ਕਰਾਉਣ ਦੇ ਤਰੀਕੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਾਂ ਦੱਸ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਜਿਹੜਾ ਉੱਚ ਪੱਧਰ ਉੱਤੇ ਆ ਕੇ ਆਪਾਂ ਰਚਨਾ ਸਿੱਖਿਆ ਕਰਵਾਉਂਦੇ ਹਾਂ ਉਹਦੇ ਵਿੱਚ ਸਭ ਤੋਂ ਪਹਿਲੀ ਆਪਾਂ ਗੱਲ ਕਰਦੇ ਹਾਂ ਕਿ ਵਾਦ ਵਿਵਾਦ ਪ੍ਰਣਾਲੀ ਜਾਂ ਤਰਕ ਪ੍ਰਣਾਲੀ। ਇਹਦਾ ਫਸਟ ਪੁਆਇੰਟ ਆਪਾਂ ਕਰਦੇ ਹਾਂ ਵਾਦ ਵਿਵਾਦ ਪ੍ਰਣਾਲੀ। ਵਾਦ ਵਿਵਾਦ ਪ੍ਰਣਾਲੀ ਕੀ ਹੁੰਦਾ? ਵਾਦ ਵਿਵਾਦ ਸ਼ਬਦ ਤੋਂ ਹੀ ਪਤਾ ਲੱਗਦਾ ਕਿਸੇ ਚੀਜ਼ ਬਾਰੇ ਡਿਬੇਟ ਕਰਨਾ, ਕਿਸੇ ਵੀ ਚੀਜ਼ ਦੇ ਪੱਖ ਵਿੱਚ ਆਪਾਂ ਤਰਕਪੂਰਨ ਵਿਚਾਰ ਦੇਣੇ ਔਰ ਉਹਦੇ ਜਿਹੜੇ ਉਲਟ ਜਿਹੜਾ ਪੱਖ ਆ ਉਹਦਾ ਇੱਕ ਨੈਗੇਟਿਵ ਪੱਖ ਆ ਉਹਦੇ ਬਾਰੇ ਵੀ ਜਿਹੜਾ ਆਪਾਂ ਉਹਦੇ ਵਿਚਾਰ ਦੇਣਾ। ਤਾਂ ਵੱਡੀਆਂ ਸ਼੍ਰੇਣੀਆਂ ਵਿੱਚ ਆਪਾਂ ਵਿਦਿਆਰਥੀਆਂ ਨੂੰ ਕਿਸੇ ਵਿਸ਼ੇ ਜਿਵੇਂ ਕਿ ਆਪਾਂ ਸਿਨੇਮਾ ਦੇ ਲਾਭ ਹਾਨੀਆਂ ਹੋ ਗਏ, ਵਿਗਿਆਨ ਦੇ ਲਾਭ ਹਾਨੀਆਂ ਹੋ ਗਏ, ਇਹੋ ਜਿਹੇ ਕੁਛ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਦੇ ਸਕਦੇ ਹਾਂ, ਉਸ ਤੇ ਰਚਨਾ ਕਰਨ ਲਈ ਕਹਿ ਸਕਦੇ ਹਾਂ। ਤੇ ਇਹਦੇ ਵਿੱਚ ਕੀ ਕਰਦੇ ਨੇ ਉਹ ਵਿਦਿਆਰਥੀ ਦੇ ਪੱਖ ਵਿੱਚ ਤੇ ਇਸਦੇ ਜਿਹੜੇ ਉਲਟ ਪੱਖ ਨੇ ਉਸ ਨੂੰ ਲੈ ਕੇ ਵਿਵਾਦ ਕਰਦੇ ਨੇ, ਉਸ ਨੂੰ ਲੈ ਕੇ ਜਿਹੜੇ ਆਪਣੇ ਵਿਚਾਰ ਉਹ ਪੇਸ਼ ਕਰਦੇ ਨੇ। ਅਧਿਆਪਕ ਸਮੇਂ-ਸਮੇਂ ਸਿਰ ਉਹਨਾਂ ਨੂੰ ਜਿਹੜਾ ਨਿਰਦੇਸ਼ ਆ ਉਹ ਦਿੰਦਾ ਰਹਿੰਦਾ ਕਿ ਤੁਸੀਂ ਹੁਣ ਇਹਦੇ ਪੱਖ ਵਿੱਚ ਬੋਲ ਰਹੇ ਹੋ ਤੇ ਇਹਦੇ ਆਪਾਂ ਦੂਸਰੇ ਪੱਖ ਵਿੱਚ ਕਿਵੇਂ ਬੋਲਣਾ, ਉਲਟ ਪੱਖ ਵਿੱਚ ਆਪਾਂ ਕਿਵੇਂ ਜਿਹੜਾ ਸਟਾਰਟ ਆ ਉਹ ਕਰਨਾ ਗਾ। ਇਸ ਵਿੱਚ ਕੀ ਹੁੰਦਾ ਗਾ, ਵਿਦਿਆਰਥੀਆਂ ਦੇ ਜਿਹੜੇ ਗਰੁੱਪ ਆ ਉਹ ਬਣਾ ਦਿੱਤੇ ਜਾਂਦੇ ਨੇ। ਦੋ ਗਰੁੱਪ ਅਗਰ ਬਣਾਤੇ ਤੇ ਇੱਕ ਗਰੁੱਪ ਆ ਜਿਹੜਾ ਉਹਦੇ ਵਧੀਆ ਪੱਖ ਦੀ ਗੱਲ ਕਰੂਗਾ, ਇੱਕ ਜਿਹੜਾ ਗਰੁੱਪ ਹੈ ਦੂਸਰੇ ਨੰਬਰ ਵਾਲਾ ਗਰੁੱਪ ਉਹ ਕੀ ਉਹਦੇ ਜਿਹੜੇ ਨੁਕਸਾਨ ਨੇ ਉਹ ਸਾਡੇ ਲਈ ਕਿਵੇਂ ਸਰਾਪ ਹੈ ਉਹ ਗੱਲ ਕਰੂਗਾ। ਤੇ ਇਸ ਪ੍ਰਕਾਰ ਅਸੀਂ ਉਹਨਾਂ ਨੂੰ ਪਹਿਲਾਂ ਮੌਖਿਕ ਰੂਪ ਵਿੱਚ ਤੇ ਫਿਰ ਉਸ ਤੋਂ ਬਾਅਦ ਕੀ ਆ ਲਿਖਿਤ ਰੂਪ ਵਿੱਚ ਅਸੀਂ ਉਹਨਾਂ ਨੂੰ ਇਹ ਰਚਨਾ ਕਰਵਾਉਣ ਦਾ ਜਿਹੜਾ ਢੰਗ ਆ ਉਹ ਸਿਖਾ ਸਕਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਅਗਵਾਈ ਪ੍ਰਣਾਲੀ। ਅਗਵਾਈ ਪ੍ਰਣਾਲੀ ਦਾ ਮਤਲਬ ਹੁੰਦਾ ਕਿਸੇ ਚੀਜ਼ ਕਿਸੇ ਪਰਸਨ ਨੂੰ ਗਾਈਡ ਕਰਨਾ, ਉਹਦੀ ਅਗਵਾਈ ਕਰਨੀ। ਇਸ ਵਿੱਚ ਅਧਿਆਪਕ ਦੁਆਰਾ ਕੋਈ ਵਿਸ਼ਾ ਵਸਤੂ ਜਿਹੜਾ ਵਿਦਿਆਰਥੀਆਂ ਨੂੰ ਦੇ ਦਿੱਤਾ ਜਾਂਦਾ ਗਾ, ਕਿਸੇ ਵਿਸ਼ੇ ਵਸਤੂ ਤੇ ਰਚਨਾ ਕਰਨ ਲਈ ਜਿਹੜਾ ਕਹਿ ਦਿੱਤਾ ਜਾਂਦਾ ਗਾ, ਉਹ
ਵਿਦਿਆਰਥੀਆਂ ਨੂੰ ਜਿਵੇਂ ਕੋਈ ਭੂਗੋਲ ਦਾ ਵਿਸ਼ਾ ਹੋ ਗਿਆ, ਕੋਈ ਇਤਿਹਾਸ ਦਾ ਹੋ ਗਿਆ, ਜਾਂ ਕੋਈ ਧਾਰਮਿਕ ਜਾਂ ਕੋਈ ਰਾਜਨੀਤਿਕ ਇਹੋ ਜਿਹਾ ਕੋਈ ਵਿਸ਼ਾ ਜਿਹੜਾ ਚੁਣ ਕੇ ਦੇ ਦਿੰਦਾ ਹੈ ਤੇ ਉਸ ਉੱਪਰ ਜਿਹੜਾ ਰਚਨਾ ਕਰਨ ਲਈ ਕਹਿੰਦੇ ਆ। ਤੇ ਇਸ ਵਿੱਚ ਕੀ ਕਰਦਾ ਅਧਿਆਪਕ ਥੋੜਾ ਬੱਚੇ ਨੂੰ ਜਿਹੜਾ ਨਾ ਪੁਸਤਕਾਂ ਦੀ ਸੂਚੀ ਵੀ ਦੱਸ ਦਿੰਦਾ ਤੇ ਬੱਚੇ ਨੂੰ ਜਿਹੜਾ ਖੁਦ ਉਹ ਗਿਆਨ ਵੀ ਦੇ ਦਿੰਦਾ ਉਹਨਾਂ ਜਿਹੜੇ ਟੌਪਿਕ ਉਹਨੇ ਦਿੱਤੇ ਉਹਦੇ ਰਿਲੇਟਡ। ਇਸ ਤਰ੍ਹਾਂ ਕੀ ਕਰਦਾ ਕਿ ਇੱਕ ਅਗਵਾਈ ਦੇ ਹੇਠ ਜਿਹੜਾ ਬੱਚਾ ਗਾ ਉਹ ਆਪਣੀ ਜਿਹੜੀ ਰਚਨਾ ਸਿੱਖਿਆ ਗਈ ਉਹ ਪੂਰੀ ਕਰਦਾ ਗਾ, ਜਿਹਦੇ ਵਿੱਚ ਉਹਨੂੰ ਸਮੇਂ-ਸਮੇਂ ਸਿਰ ਆਪਾਂ ਕਹਿ ਸਕਦੇ ਹਾਂ ਕਿ ਅਧਿਆਪਕ ਦਾ ਜਿਹੜਾ ਸਹਿਯੋਗ ਆ ਉਹ ਮਿਲਦਾ ਰਹਿੰਦਾ ਗਾ। ਅੱਗੇ ਆਪਾਂ ਗੱਲ ਕਰਦੇ ਹਾਂ ਸਮਵਾਏ ਪ੍ਰਣਾਲੀ ਦੀ। ਸਮਵਾਏ ਪ੍ਰਣਾਲੀ ਦਾ ਕੀ ਮਤਲਬ ਹੁੰਦਾ ਗਾ? ਕੋਰਿਲੇਸ਼ਨ, ਮਤਲਬ ਕਿ ਕਿਸੇ ਚੀਜ਼ਾਂ ਨੂੰ ਕਿਸੇ ਵਿਸ਼ੇ ਨੂੰ ਦੂਸਰੇ ਵਿਸ਼ੇ ਨਾਲ ਕੋਰਿਲੇਟ ਕਰਕੇ ਉਹਦੇ ਬਾਰੇ ਪੜ੍ਹਨਾ ਜਾਂ ਉਹਦੇ ਬਾਰੇ ਜਾਣਕਾਰੀ ਹਾਸਿਲ ਕਰਨਾ। ਤੇ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਬੱਚਿਆਂ ਨੂੰ ਭਾਸ਼ਾ ਦੇ ਸਿਖਾਉਣ ਦੇ ਨਾਲ ਜਾਂ ਰਚਨਾ ਸਿਖਾਉਣ ਦੇ ਨਾਲ ਕੀ ਕਰਦੇ ਹਾਂ ਕਿ ਉਹਨੂੰ ਕਿਸੇ ਹੋਰ ਵਿਸ਼ੇ ਚੋਂ ਟੌਪਿਕ ਚੱਕ ਕੇ ਦੇ ਦਿੰਦੇ ਹਾਂ। ਜਿਵੇਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀਗੀ ਕਿ ਜਿਵੇਂ ਭੂਗੋਲ ਦਾ ਹੋ ਗਿਆ, ਇਤਿਹਾਸ ਦਾ ਹੋ ਗਿਆ, ਧਰਮ ਦੇ ਨਾਲ ਸੰਬੰਧਿਤ ਹੋ ਗਿਆ ਜਾਂ ਫਿਰ ਰਾਜਨੀਤੀ ਦੇ ਨਾਲ ਸੰਬੰਧਿਤ ਹੋ ਗਿਆ, ਜਿਹੜਾ ਉਹਨਾਂ ਨੂੰ ਵਿਸ਼ਾ ਦੇ ਦਿੱਤਾ ਜਾਂਦਾ ਬੱਚਿਆਂ ਨੂੰ ਤੇ ਉਹਦੀ ਪੰਜਾਬੀ ਭਾਸ਼ਾ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਰਚਨਾ ਕਰਨ ਲਈ ਕਹਿ ਦਿੱਤਾ ਜਾਂਦਾ ਅਧਿਆਪਕ ਦੁਆਰਾ। ਤੇ ਇਹਦੇ ਨਾਲ ਕੀ ਹੁੰਦਾ, ਬੱਚਿਆਂ ਦੀ ਇੱਕ ਤਾਂ ਜਿਹੜੀ ਭਾਸ਼ਾ ਤੇ ਪਕੜ ਆ, ਜਿਹੜਾ ਬੱਚਿਆਂ ਦੀ ਭਾਸ਼ਾ ਤੇ ਅਧਿਕਾਰ ਆ ਉਹ ਹੋ ਜਾਂਦਾ ਗਾ। ਦੂਸਰਾ ਨਾਲ ਦੀ ਨਾਲ ਉਹ ਕੀ ਕਰਦੇ ਨੇ, ਆਪਣੇ ਜਿਹੜਾ ਦੂਸਰਾ ਵਿਸ਼ਾ ਹੁੰਦਾ ਉਹਦੀ ਵੀ ਜਿਹੜੀ ਜਾਣਕਾਰੀ ਉਹਨਾਂ ਨੂੰ ਸਮੇਂ-ਸਮੇਂ ਸਿਰ ਉਹ ਮਿਲਦੀ ਰਹਿੰਦੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਭਾਸ਼ਾ ਜੰਤਰ ਪ੍ਰਣਾਲੀ। ਸੌਰੀ, ਉੱਪਰ ਵਾਲਾ ਇਹ 3rd ਪੁਆਇੰਟ ਸੀਗਾ। ਅੱਗੇ ਆਪਾਂ ਗੱਲ ਕਰਾਂਗੇ ਭਾਸ਼ਾ ਜੰਤਰ ਪ੍ਰਣਾਲੀ ਦੀ। ਭਾਸ਼ਾ ਜੰਤਰ ਪ੍ਰਣਾਲੀ ਨਾਲ ਆਪਾਂ ਕਿਵੇਂ ਬੱਚਿਆਂ ਨੂੰ ਜਿਹੜੀ ਰਚਨਾ ਦੀ ਸਿੱਖਿਆ ਉਹ ਸਿਖਾ ਸਕਦੇ ਹਾਂ। ਇਸ ਵਿਧੀ ਦੁਆਰਾ ਸੰਬੰਧਿਤ ਵਿਸ਼ੇ ਨਾਲ ਸੰਬੰਧ ਰੱਖਣ ਵਾਲਾ ਜੋ ਵੀ ਆਪਾਂ ਵਿਸ਼ਾ ਵਸਤੂ ਬੱਚੇ ਨੂੰ ਦਿੱਤਾ ਉਹਦੇ ਨਾਲ ਟੇਪ ਕੀਤੇ ਹੋਏ ਵਿਦਵਾਨਾਂ ਦੇ ਵਿਚਾਰ ਬੱਚਿਆਂ ਨੂੰ ਸੁਣਾਏ ਜਾਂਦੇ ਨੇ। ਮਤਲਬ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਜਿਹੜੇ ਆਪਾਂ ਰਿਕਾਰਡ ਕੀਤੇ ਹੋਏ ਨੇ, ਉਹਨਾਂ ਦੇ ਜੋ ਇੰਟਰਵਿਊ ਨੇ ਜਾਂ ਫਿਰ ਉਹਨਾਂ ਦੀ ਕੋਈ ਵਿਸ਼ੇਸ਼ ਮੁੱਦੇ ਤੇ ਜਿਹੜੀ ਗੱਲਬਾਤ ਆ ਉਹ ਕੀ ਬੱਚਿਆਂ ਨੂੰ ਜਿਹੜੀ ਸੁਣਾ ਦਿੱਤੀ ਜਾਂਦੀ ਹੈ। ਇਸ ਨਾਲ ਜਿਹੜੇ ਅਧਿਆਪਕ ਖੁਦ ਵੀ ਬੱਚਿਆਂ ਨੂੰ ਨਾਲ ਉੱਥੇ ਸਮਝਾਉਣਾ ਕਰਦੇ ਰਹਿੰਦੇ ਨੇ ਕਿ ਤੁਸੀਂ ਜਿਹੜਾ ਵਿਸ਼ਾ ਵਸਤੂ ਹੈ ਇਹਨੂੰ ਕਿਵੇਂ ਆਪਾਂ ਲੜੀਵਾਰ ਜਿਹੜੇ ਇੱਕ ਲੜੀਬੱਧ ਵਿਚਾਰ ਨੇ ਉਹਨਾਂ ਦੇ ਅੰਦਰ ਇਹਦੀ ਰਚਨਾ ਕਰ ਸਕਦੇ ਹਾਂ। ਫਿਰ ਬੱਚਿਆਂ ਨੂੰ ਇਸ ਦੀ ਜਿਹੜੀ ਰਚਨਾ ਉਹ ਕਰਨ ਲਈ ਕਹਿ ਦਿੱਤਾ ਜਾਂਦਾ। ਬੱਚੇ ਜਿਹੜੇ ਉਹਨਾਂ ਦੇ ਵਿਚਾਰ ਹੁੰਦੇ ਨੇ, ਉਹਨਾਂ ਦੀ ਜਿਹੜੇ ਗੱਲਬਾਤ ਦਾ ਸਿਲਸਿਲਾ ਹੁੰਦਾ, ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਉਹਨਾਂ ਨੂੰ ਸਿੱਖ ਕੇ ਜਿਹੜਾ ਵਿਸ਼ਾ ਵਸਤੂ ਦਿੱਤਾ ਹੁੰਦਾ ਉਹਨਾਂ ਦੀ ਜਿਹੜੀ ਰਚਨਾ ਕਰਦੇ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਰਚਨਾ ਸੰਬੰਧੀ ਜ਼ਰੂਰੀ ਗੱਲਾਂ ਕਿਹੜੀਆਂ ਸਾਨੂੰ ਧਿਆਨ 'ਚ ਰੱਖੀਆਂ ਜਾਣੀਆਂ ਨੇ। ਇਹ ਤਾਂ ਮੈਥਡ ਨੇ ਜਦੋਂ ਆਪਾਂ ਰਚਨਾ ਕਰਨਾ ਸਿਖਾਉਂਦੇ ਹਾਂ। ਫਿਰ ਆਪਾਂ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉੱਥੇ ਧਿਆਨ ਰੱਖਣ ਦੀ ਜ਼ਰੂਰਤ ਪੈਂਦੀ ਹੈ। ਤਾਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਧਿਆਨ ਰੱਖਣੀਆਂ ਪੈਂਦੀਆਂ ਨੇ। ਰਚਨਾ ਸਿੱਖਿਆ ਕਰਦੇ ਸਮੇਂ ਧਿਆਨ ਰੱਖਣਯੋਗ ਗੱਲਾਂ। ਕੁਝ ਜਿਹੜੇ ਪੁਆਇੰਟਸ ਨੇ ਸਾਨੂੰ ਬਹੁਤ ਹੀ ਧਿਆਨ ਵਿੱਚ ਰੱਖਣੇ ਪੈਂਦੇ ਨੇ ਜਦੋਂ ਆਪਾਂ ਰਚਨਾ ਸਿੱਖਿਆ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਆਉਂਦੀ ਆ ਕਿ ਜਿਹੜਾ ਰਚਨਾ ਹੈ ਉਹ ਬੱਚੇ ਨੂੰ ਕੋਈ ਵੀ ਜਿਹੜਾ ਵਿਸ਼ਾ ਵਸਤੂ ਦੇਣਾ ਹੈ, ਕੋਈ ਵੀ ਜਿਹੜਾ ਟੌਪਿਕ ਦੇਣਾ, ਉਹਦੇ ਵਿੱਚ ਕੀ ਕਰਨਾ ਆਪਾਂ ਜਿਹੜਾ ਬੱਚਿਆਂ ਦਾ ਮਾਨਸਿਕ ਪੱਧਰ ਆ ਉਹਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ। ਮਾਨਸਿਕ ਪੱਧਰ ਦੇ ਅਨੁਸਾਰ ਹੋਣਾ ਚਾਹੀਦਾ ਵਾ। ਕਿਹਦਾ ਮਾਨਸਿਕ ਪੱਧਰ ਦਾ ਧਿਆਨ ਰੱਖਣਾ ਚਾਹੀਦਾ? ਸਾਨੂੰ ਬੱਚਿਆਂ ਦੇ ਮਾਨਸਿਕ ਪੱਧਰ ਦਾ ਬਹੁਤ ਧਿਆਨ ਰੱਖਣਾ ਚਾਹੀਦਾ। ਅਸੀਂ ਜਿਸ ਬੱਚੇ ਤੋਂ ਰਚਨਾ ਕਰਵਾਉਣੀ ਹੈ, ਜਿਸ ਬੱਚੇ ਨੂੰ ਰਚਨਾ ਸਿਖਾਉਣੀ ਹੈ, ਉਹਦੇ ਮਾਨਸਿਕ ਪੱਧਰ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਬਣਦਾ ਗਾ ਜਦੋਂ ਆਪਾਂ ਬੱਚੇ ਨੂੰ ਰਚਨਾ ਸਿੱਖਿਆ ਸਿਖਾਉਂਦੇ ਆ। ਦੂਜੀ ਗੱਲ ਕਿ ਜਿਹੜਾ ਵਿਸ਼ਾ ਹੈ ਉਹ ਰੁਚੀਪੂਰਨ ਹੋਣਾ ਚਾਹੀਦਾ ਗਾ। ਜਾਂ ਆਪਾਂ ਗੱਲ ਕਰਦੇ ਕਿ ਰੋਚਕ ਹੋਣਾ ਚਾਹੀਦਾ, ਜਿਹੜਾ ਵਿਸ਼ਾ ਗਾ ਉਹ ਰੋਚਕ ਹੋਣਾ ਚਾਹੀਦਾ। ਵਿਸ਼ੇ ਦੀ ਚੋਣ
ਵਿਸ਼ੇ ਵਸਤੂ ਦੀ ਚੋਣ ਦਾ ਖਾਸ ਧਿਆਨ ਰੱਖਣਾ ਚਾਹੀਦਾ। ਉਹ ਜਿਹੜਾ ਵਿਸ਼ਾ ਹੈਗਾ ਉਹ ਇੱਕ ਰੋਚਕ ਵਿਸ਼ਾ ਹੋਣਾ ਚਾਹੀਦਾ ਹੈਗਾ, ਜਿਸ ਤੇ ਕਿ ਬੱਚਾ ਆਪਣੇ ਵਿਚਾਰ ਆ ਜਿਹੜੇ ਉਹ ਚੰਗੀ ਤਰੀਕੇ ਨਾਲ ਦੇ ਸਕੇ। ਰੋਚਕ ਹੋਣ ਦੇ ਨਾਲ ਨਾਲ ਉਹ ਜਿਹੜਾ ਵਿਸ਼ਾ ਵਸਤੂ ਉਹ ਬੱਚੇ ਦੀ ਜਿਹੜੀ ਨੌਲੇਜ ਆ, ਬੱਚੇ ਨੂੰ ਉਸ ਵਿਸ਼ੇ ਵਸਤੂ ਦੀ ਜਿਹੜੀ ਜਾਣਕਾਰੀ ਉਹ ਹੋਣੀ ਬਹੁਤ ਜ਼ਰੂਰੀ ਹੈ। ਜਦ ਤੱਕ ਬੱਚੇ ਨੂੰ ਉਸ ਵਿਸ਼ੇ ਵਸਤੂ ਦੀ ਜਾਣਕਾਰੀ ਨਹੀਂ ਹੋਊਗੀ ਤਾਂ ਬੱਚਾ ਉਸ ਤੇ ਜਿਹੜਾ ਆਪਣਾ ਵਿਚਾਰ ਆ ਉਹ ਨਹੀਂ ਲਿਖ ਸਕੂਗਾ। ਅੱਗੇ ਆਪਾਂ ਗੱਲ ਕਰਦੇ ਹਾਂ ਵਿਸ਼ੇ ਵਸਤੂ ਦਾ ਆਕਾਰ। ਵਿਸ਼ੇ ਵਸਤੂ ਦਾ ਆਕਾਰ ਤੋਂ ਭਾਵ ਹੈ ਕਿ ਜਿਹੜਾ ਵਿਸ਼ੇ ਵਸਤੂ ਲਿਖਣਾ ਉਹ ਕਿੰਨੇ ਅੱਖਰਾਂ 'ਚ ਆਪਾਂ ਪੂਰਾ ਕਰਨਾਗਾ। ਤਾਂ ਉਹਦਾ ਆਕਾਰ ਵੀ ਕੀ ਆ, ਬੱਚਿਆਂ ਦੀ ਏਜ ਤੇ ਬੱਚਿਆਂ ਦਾ ਜਿਹੜਾ ਮੈਂਟਲ ਐਬਿਲਿਟੀ ਉਹਦੇ ਅਨੁਸਾਰ ਹੋਣਾ ਚਾਹੀਦਾ ਹੈ। ਤਾਂ ਵਿਸ਼ੇ ਵਸਤੂ ਦਾ ਆਕਾਰ ਨਾ ਤਾਂ ਬਹੁਤਾ ਜ਼ਿਆਦਾ ਵੱਡਾ ਹੋਣਾ ਚਾਹੀਦਾ ਨਾ ਬਹੁਤਾ ਜ਼ਿਆਦਾ ਛੋਟਾ ਹੋਣਾ ਚਾਹੀਦਾ। ਬਹੁਤੇ ਵੱਡੇ ਕਰਕੇ ਬੱਚਿਆਂ ਦੇ ਜਿਹੜੇ ਵਿਚਾਰ ਆ ਉਹ ਕੰਪਲੀਟ ਨਹੀਂ ਹੋਣਗੇ, ਤਾਂ ਪੂਰਾ ਨਹੀਂ ਕਰ ਸਕਣਗੇ। ਔਰ ਜਦੋਂ ਜ਼ਿਆਦਾ ਛੋਟਾ ਹੋਊਗਾ ਉਦੋਂ ਵੀ ਕੀ ਹੈ, ਜਿਹੜੇ ਉਹਨਾਂ ਦੇ ਵਿਚਾਰ ਉੱਥੇ ਪੂਰੇ ਨਹੀਂ ਹੋਣਗੇ ਤੇ ਬਹੁਤੇ ਸਾਰੇ ਜਿਹੜੇ ਵਿਚਾਰ ਉੱਥੇ ਉਹ ਮਿਸ ਹੋ ਸਕਦੇ ਨੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਵਿਸ਼ਾ ਵਸਤੂ ਆ ਉਹ ਇੱਕ ਵਿਰੋਧਾਭਾਸ ਵਾਲਾ ਨਹੀਂ ਹੋਣਾ ਚਾਹੀਦਾ। ਕਿਤੇ ਵੀ ਉਹਦਾ ਨਾ ਵਿਰੋਧਾਭਾਸ ਨਹੀਂ ਹੋਣਾ ਚਾਹੀਦਾ। ਵਿਰੋਧਾਭਾਸ ਨਹੀਂ ਹੋਣਾ ਚਾਹੀਦਾ। ਵਿਸ਼ਾ ਵਸਤੂ ਆ ਉਹਦਾ ਜਿਹੜਾ ਆਪਾਂ ਜੋ ਪੱਖ ਲਿਖ ਰਹੇ ਆ, ਆਪਾਂ ਨੂੰ ਇੱਕ ਨਾ ਉਹ ਆਪਾਂ ਅਗਰ ਗੱਲ ਕਰੀਏ ਤਾਂ ਆਪਾਂ ਨੂੰ ਕਿਸੇ ਦੀ ਜੀਵਨੀ ਜਾਂ ਕਿਸੇ ਦਾ ਜਿਹੜਾ ਲੇਖ ਆ ਉਹ ਲਿਖਣ ਲਈ, ਬੱਚਿਆਂ ਨੂੰ ਰਚਨਾ ਕਰਨ ਲਈ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਉੱਥੇ ਕੋਈ ਵਿਰੋਧਾਭਾਸ ਵਾਲੀ ਚੀਜ਼ ਨਹੀਂ ਦਿੱਤੀ ਜਾਣੀ ਚਾਹੀਦੀ ਬੱਚੇ ਨੂੰ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਪਸ਼ਟ ਵਾਕ ਹੈ ਉਹਨਾਂ ਦੀ ਜਿਹੜੀ ਪ੍ਰਯੋਗ ਕਰਨਾ ਚਾਹੀਦਾ। ਜਿੱਥੇ ਅਸਪਸ਼ਟ ਵਾਕ ਆ ਉਹ ਨਹੀਂ ਬੋਲਣੇ ਚਾਹੀਦੇ। ਜਾਂ ਫਿਰ ਅੱਗੇ ਆਪਾਂ ਰੂਪ ਰੇਖਾ ਅਗਰ ਬਣਾਉਣੇ ਆ ਤਾਂ ਉਹਦੇ ਵਿੱਚ ਜਿਹੜੀ ਸਪਸ਼ਟ ਰੂਪ ਰੇਖਾ ਉਹ ਬਣਾਈ ਜਾਵੇ। ਫਿਰ ਆਪਾਂ ਗੱਲ ਕਰਦੇ ਹਾਂ ਜਿਹੜਾ ਸਵੈ ਪ੍ਰਗਟਾ ਦਾ ਧਿਆਨ ਰੱਖਣਾ ਚਾਹੀਦਾ ਗਾ। ਸਵੈ ਪ੍ਰਗਟਾ ਦਾ ਕਿਉਂਕਿ ਜਿਹੜੇ ਬੱਚਾ ਉੱਥੇ ਵਿਚਾਰ ਲਿਖੂਗਾ ਉਹ ਕਿ ਉਹਨਾਂ ਦਾ ਸਵੈ ਪ੍ਰਗਟਾ ਹੁੰਦਾ ਗਾ। ਇਸ ਕਰਕੇ ਬੱਚੇ ਨੂੰ ਇਹੋ ਜਿਹਾ ਵਿਸ਼ਾ ਵਸਤੂ ਜਿਹੜਾ ਚੂਜ਼ ਕਰਕੇ ਦੇਣਾ ਚਾਹੀਦਾ ਜਾਂ ਉਹਨੂੰ ਇਹੋ ਜਿਹਾ ਟੌਪਿਕ ਲਿਖਣ ਲਈ ਕਹਿਣਾ ਚਾਹੀਦਾ ਗਾ ਜਿੱਥੇ ਕਿ ਉਹ ਆਪਣਾ ਸਵੈ ਪ੍ਰਗਟਾ ਦਾ ਉਹਨੂੰ ਪੂਰਾ ਮੌਕਾ ਮਿਲ ਸਕੇ, ਆਪਣੇ ਜਿਹੜੇ ਵਿਚਾਰ ਪੇਸ਼ ਕਰਨ ਦਾ ਉਹਨੂੰ ਜਿਹੜਾ ਮੌਕਾ ਉਹ ਪੂਰਨ ਰੂਪ ਵਿੱਚ ਮਿਲ ਸਕੇ। ਅੱਗੇ ਵਿਦਿਆਰਥੀਆਂ ਨੂੰ ਜਿਹੜਾ ਸ਼ੈਲੀਆਂ ਦਾ ਗਿਆਨ ਆ ਉਹ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਰਚਨਾ ਨੂੰ ਲਿਖਣ ਲਈ ਜਿਹੜੀਆਂ ਭਿੰਨ ਸ਼ੈਲੀਆਂ ਹੁੰਦੀਆਂ ਨੇ, ਸ਼ੈਲੀਆਂ ਦਾ ਜਿਹੜਾ ਗਿਆਨ ਆ ਉਹ ਕਰਾਉਣਾ ਬਹੁਤ ਜ਼ਰੂਰੀ ਹੈ। ਤਾਂ ਬੱਚੇ ਨੂੰ ਰਚਨਾ ਕਰਨ ਤੋਂ ਪਹਿਲਾਂ ਆਪਾਂ ਸ਼ੈਲੀਆਂ ਦਾ ਗਿਆਨ ਉਹਨੂੰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਰਚਨਾ ਹੁੰਦੀ ਹੈ, ਜੋ ਕੰਪੋਜੀਸ਼ਨ ਹੁੰਦੀ ਹੈ ਹਨਾ, ਤਾਂ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ। ਆਪਾਂ ਉਹਨਾਂ ਨੂੰ ਬੱਚਿਆਂ ਨੂੰ ਕਵਿਤਾ ਲਿਖਣ ਲਈ ਕਹਿ ਸਕਦੇ ਹਾਂ, ਨਿਬੰਧ ਲਿਖਣ ਲਈ ਕਹਿ ਸਕਦੇ ਹਾਂ, ਕੋਈ ਲੇਖ ਲਿਖਣ ਲਈ ਕਹਿ ਸਕਦੇ ਹਾਂ, ਕਿਸੇ ਦੀ ਸਵੈ ਜੀਵਨੀ ਜਿਵੇਂ ਆਤਮ ਕਥਾ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਉਸ ਪਰਸਨ ਨੇ ਜੋ ਆਤਮ ਕਥਾ ਲਿਖੀ ਹੋਈ ਹੈ ਤੁਸੀਂ ਉਸ ਨੂੰ ਦੁਬਾਰਾ ਤੋਂ ਲਿਖ ਕੇ ਦੱਸੋ ਕਿ ਉਹਨੇ ਕੀ ਕੁਛ ਉਹਦੇ ਵਿੱਚ ਕਿਹਾ ਹੋਇਆ। ਤੇ ਇਸ ਕਰਕੇ ਆਪਾਂ ਨੂੰ ਹਰ ਜਿਹੜੀ ਰਚਨਾ ਉਹਦੇ ਵਿੱਚ ਅਲੱਗ-ਅਲੱਗ ਜਿਹੜੀ ਸ਼ੈਲੀ ਆ ਉਹਦਾ ਪ੍ਰਯੋਗ ਹੁੰਦਾ। ਜਿਵੇਂ ਕਿ ਆਪਾਂ ਗੱਲ ਕਰੀ ਸੀਗੀ ਕਵਿਤਾ ਦੀ, ਉਹਦੇ ਵਿੱਚ ਭਾਵ ਦੀ ਪ੍ਰਧਾਨਤਾ ਸੀਗੀ, ਔਰ ਜਿਹੜਾ ਵਾਰਤਕ ਹੁੰਦਾ ਉਹਦੇ ਵਿੱਚ ਜਿਹੜੀ ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਹੈ। ਇਸ ਕਰਕੇ ਸਾਨੂੰ ਰਚਨਾ ਕਰਵਾਉਣ ਦੇ ਸਮੇਂ ਬੱਚਿਆਂ ਨੂੰ ਜਿਹੜੀਆਂ ਉਹਦੀਆਂ ਸ਼ੈਲੀਆਂ ਨੇ, ਸਾਹਿਤ ਦੀਆਂ ਜਿਹੜੀਆਂ ਵੱਖ-ਵੱਖ ਸ਼ੈਲੀਆਂ ਨੇ, ਉਹਨਾਂ ਸ਼ੈਲੀਆਂ ਦੀ ਜਿਹੜੀ ਜਾਣਕਾਰੀ ਉਹ ਕਰਵਾਈ ਜਾਵੇ। ਉਹਨਾਂ ਸ਼ੈਲੀਆਂ ਦੀ ਜਿਹੜੀ ਵਿਸ਼ੇਸ਼ਤਾਵਾਂ ਨੇ ਉਹ ਬੱਚਿਆਂ ਨੂੰ ਦੱਸੀਆਂ ਜਾਣ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਬੋਲਚਾਲ ਦੇ ਸ਼ਬਦਾਂ ਦਾ ਜਿਹੜਾ ਪ੍ਰਯੋਗ ਕਰਨਾ ਹੈ ਉਹ ਜ਼ਰੂਰੀ ਹੁੰਦਾ। ਰੋਜ਼ਾਨਾ ਦੇ ਬੋਲਚਾਲਾਂ ਦਾ, ਜਿਹੜੇ ਰੋਜ਼ਾਨਾ ਬੋਲਚਾਲ ਦੇ ਸ਼ਬਦ ਨੇ, ਜਿਹੜੇ ਫੈਮੀਲੀਅਰ ਵਰਡ ਨੇ, ਸ਼ਬਦਾਂ ਦਾ ਪ੍ਰਯੋਗ, ਜਿਹੜੇ ਫੈਮੀਲੀਅਰ ਵਰਡ ਨੇ ਬੱਚੇ ਨੂੰ ਉਹਨਾਂ ਵਰਡਾਂ ਦੀ ਜਾਣਕਾਰੀ ਪੂਰੀ ਚੰਗੀ ਤਰ੍ਹਾਂ ਉਹਨਾਂ ਸ਼ਬਦਾਂ ਦਾ ਪ੍ਰਯੋਗ ਹੈ ਜਿਹੜਾ ਵੱਧ ਤੋਂ ਵੱਧ ਕੀਤਾ ਜਾਵੇ। ਨਵੇਂ ਸ਼ਬਦ ਬੱਚਿਆਂ ਲਈ ਜਿਹੜੇ ਥੋੜੇ ਵਰਤਣੇ ਔਖੇ ਹੋ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਅਰਥ ਸਮਝਣੇ ਉਹ ਵੀ ਥੋੜੇ ਔਖੇ ਹੋ ਜਾਂਦੇ ਨੇ। ਤੇ ਜਿਹੜੀ ਰਚਨਾ ਦੀ ਭਾਸ਼ਾ ਤੇ ਜਿਹੜਾ ਸ਼ਬਦ ਰੂਪ ਹੈ
ਉਹ ਸ਼ਬਦ ਜੋ ਟਕਸਾਲੀ ਪੰਜਾਬੀ ਅਨੁਸਾਰ ਸੋਧੇ ਹੋਣੇ ਚਾਹੀਦੇ ਨੇ ਤਾਂ ਕਿ ਬੱਚੇ ਨੂੰ ਸ਼ੁੱਧ ਭਾਸ਼ਾ ਦਾ ਜਿਹੜਾ ਗਿਆਨ ਆ ਉਹ ਹੋ ਸਕੇ। ਰਚਨਾ ਜਿਹੜੀ ਲਿਖਤ ਰਚਨਾ ਦੀ ਸੁਧਾਈ ਬੱਚਿਆਂ ਦੇ ਜਿਹੜੀ ਸਾਹਮਣੇ ਹੀ ਕੀਤੀ ਜਾਵੇ, ਉਹਦੀਆਂ ਜਿਹੜੀਆਂ ਗਲਤੀਆਂ ਨੇ ਬੱਚੇ ਦੀਆਂ ਉੱਥੇ ਉਹ ਉਹਨਾਂ ਨੂੰ ਟਾਈਮ ਸਿਰ ਹੀ ਦੱਸੇ ਜਾਣ, ਸਮੇਂ ਸਿਰ ਦੱਸ ਕੇ ਤੇ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਨੇ ਉਹਨਾਂ ਵਿੱਚ ਜਿਹੜਾ ਸੁਧਾਰ ਹੈ ਉਹ ਕੀਤਾ ਜਾਣਾ ਚਾਹੀਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਰਚਨਾ ਦੇ ਅੰਦਰ ਅਗਰ ਨਿਬੰਧ ਬੱਚੇ ਤੋਂ ਲਗਾਉਣਾ, ਉਦਾਹਰਣ ਦੇ ਤੌਰ ਤੇ ਆਪਾਂ ਨਿਬੰਧ ਦੀ ਗੱਲ ਲੈ ਕੇ ਚੱਲਦੇ ਹਾਂ ਕਿ ਜਦੋਂ ਨਿਬੰਧ ਲਿਖਣਾਗਾ ਉਦੋਂ ਬੱਚੇ ਨੂੰ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ। ਆਪਾਂ ਇਹ ਜਿਹੜੀ ਕੰਪੋਜੀਸ਼ਨ ਉਹਦੇ ਅੰਦਰ ਆਪਾਂ ਨਿਬੰਧ ਦੀ ਗੱਲ ਕਰਦੇ ਹਾਂ ਕਿ ਜਦੋਂ ਨਿਬੰਧ ਬੱਚੇ ਨੂੰ ਆਪਾਂ ਸਿਖਾ ਰਹੇ ਹਾਂ, ਬੱਚਾ ਨਿਬੰਧ ਲਿਖ ਰਿਹਾ ਹੈਗਾ, ਨਿਬੰਧ ਦੇ ਸਮੇਂ ਕਿਹੜੀਆਂ ਗੱਲਾਂ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਨਿਬੰਧ ਸਿੱਖਿਆ ਸਮੇਂ ਧਿਆਨਯੋਗ ਗੱਲਾਂ। ਧਿਆਨ ਦੇਣ ਯੋਗ ਗੱਲਾਂ। ਨਿਬੰਧ ਸਿੱਖਿਆ ਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਨੇ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਤੇ ਨਿਬੰਧ ਦਾ ਜਿਹੜਾ ਸ਼ਬਦੀ ਅਰਥ ਆ ਉਹਦਾ ਅਰਥ ਹੁੰਦਾ ਗਾ ਰਚਨਾ, ਕਿ ਆਪਾਂ ਰਚਨਾ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਲਿਖ ਸਕਦੇ ਹਾਂ। ਨਿਬੰਧ, ਲੇਖ, ਜੀਵਨੀਆਂ, ਕੋਈ ਸਵੈ ਜੀਵਨੀ, ਕੋਈ ਕਵਿਤਾ, ਨਾਟਕ, ਕਹਾਣੀ, ਜੋ ਵੀ ਕੁਛ ਆਪਾਂ ਚਾਹੇ ਉੱਥੇ ਲਿਖ ਸਕਦੇ ਹਾਂ। ਤਾਂ ਇਸ ਦਾ ਅਰਥ ਹੁੰਦਾ ਗਾ ਕਰਮਹੀਣ ਵਿਚਾਰਾਂ ਨੂੰ ਇੱਕ ਕਰਮ ਦੇ ਕੇ ਲਿਖਣਾ, ਕਰਮਹੀਣ ਵਿਚਾਰਾਂ ਨੂੰ ਭਾਸ਼ਾ ਦੇ ਮਾਧਿਅਮ ਦੁਆਰਾ ਇੱਕ ਕਰਮ ਪ੍ਰਦਾਨ ਕਰਨਾ। ਕਿਉਂਕਿ ਵਿਚਾਰ ਹੁੰਦੇ ਨੇ ਜਿਹੜੀਆਂ ਉਦੋਂ ਕੀ ਹੁੰਦਾ ਗਾ, ਜਿਹੜੇ ਕਰਮਹੀਣ ਵਿਚਾਰਾਂ ਨੂੰ ਇੱਕ ਕਰਮ ਵਿੱਚ ਲਿਖਿਆ ਜਾਂਦਾ ਗਾ। ਨਿਬੰਧ ਦਾ ਮਤਲਬ ਹੁੰਦਾ ਗਾ ਕਰਮਹੀਣ ਵਿਚਾਰਾਂ ਨੂੰ ਭਾਸ਼ਾ ਦੇ ਮਾਧਿਅਮ ਦੁਆਰਾ ਕਰਮ ਪ੍ਰਦਾਨ ਕਰਨਾ। ਕਿਉਂਕਿ ਜਿਹੜਾ ਨਿਬੰਧ ਹੈ ਉਹਦੇ ਵਿੱਚ ਕੀ ਆ, ਟੂ ਦਾ ਪੁਆਇੰਟ, ਆਪਾਂ ਫਸਟ ਸਟੈਪ, ਸੈਕੰਡ ਸਟੈਪ, ਥਰਡ ਸਟੈਪ ਇੱਦਾਂ ਤਰੀਕੇ ਦੇ ਆਪਾਂ ਵਿਚਾਰ ਲਿਖਾਂਗੇ। ਅਗਰ ਆਪਾਂ ਬੱਚਿਆਂ ਨੂੰ ਨਿਬੰਧ ਲਿਖਵਾਉਣਾ, ਫੋਰ ਐਗਜ਼ਾਮਪਲ ਆਪਾਂ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਦੇ ਉੱਪਰ ਤੁਸੀਂ ਲੇਖ ਲਿਖੋ, ਉੱਥੇ ਨਿਬੰਧ ਲਿਖੋ, ਤਾਂ ਗੁਰੂ ਨਾਨਕ ਦੇਵ ਜੀ ਦਾ ਕਿੱਥੋਂ ਸਟਾਰਟ ਹੋਊਗਾ ਕਿ ਉਹ ਕੌਣ ਸਨ, ਕਦੋਂ ਉਹਨਾਂ ਦਾ ਜਨਮ ਹੋਇਆ, ਕੌਣ ਉਹਨਾਂ ਦੇ ਮਾਤਾ ਪਿਤਾ ਸਨ, ਉਹਨਾਂ ਦੇ ਫੈਮਿਲੀ ਮੈਂਬਰ ਕੌਣ ਸਨ, ਉਹ ਕੀ ਕੰਮ ਕਰਦੇ ਸਨ, ਕਦੋਂ ਉਹਨਾਂ ਦੀ ਮੈਰਿਜ ਹੋਈ, ਕਿਵੇਂ ਅੱਗੇ ਉਹਨਾਂ ਦੇ ਬੱਚੇ ਸੀ, ਕੀ ਸਾਰਾ ਇਹ ਕਿ ਇੱਕ ਸਟੈਪ ਬਾਈ ਸਟੈਪ ਲਿਖਾਂਗੇ। ਆਪਾਂ ਪਹਿਲਾਂ ਇਹ ਨਹੀਂ ਲਿਖਾਂਗੇ ਕਿ ਗੁਰੂ ਨਾਨਕ ਦੇਵ ਜੀ ਦੀ ਫੈਮਿਲੀ ਇਹ ਸੀਗੀ, ਕਿ ਉਹਨਾਂ ਦਾ ਵਿਆਹ ਹੋਇਆ, ਉਹਨਾਂ ਦੇ ਜਿਹੜੀ ਧਰਮ ਪਤਨੀ ਸੀ ਉਹਦਾ ਕੀ ਨਾਮ, ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਜਨਮ ਥਾਂ ਦਾ ਜ਼ਿਕਰ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੱਸਾਂਗੇ ਕਿ ਉਹ ਸਿੱਖਾਂ ਦੇ ਪਹਿਲੇ ਗੁਰੂ ਸਨ, ਉਹਨਾਂ ਦਾ ਜਨਮ 1469 ਈਸਵੀ ਵਿੱਚ ਹੋਇਆ। ਕਿੱਥੇ ਹੋਇਆ? ਰਾਏਪੁਰ ਤਲਵੰਡੀ ਵਿੱਚ ਹੋਇਆ, ਜਿਹਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ। ਇਸ ਲਈ ਇੱਥੇ ਸਟੈਪ ਬਾਈ ਸਟੈਪ ਜਿਹੜਾ ਨਿਬੰਧ ਦੀ ਰਚਨਾ ਹੁੰਦੀ ਹੈ, ਉੱਥੇ ਕੀ ਹੈ, ਜਿਹੜੇ ਵਿਚਾਰ ਨੇ ਉਹਨਾਂ ਨੂੰ ਨਾ ਲੜੀਬੱਧ ਤਰੀਕੇ ਨਾਲ ਲਿਖਣਾ ਜ਼ਰੂਰੀ ਹੁੰਦਾ, ਕ੍ਰਮਬੱਧ ਤਰੀਕੇ ਨਾਲ ਲਿਖਣਾ ਹੁੰਦਾ ਹੈ। ਇਸ ਤਰ੍ਹਾਂ ਕਿਸੇ ਨਿਸ਼ਚਿਤ ਵਿਸ਼ੇ ਉੱਤੇ ਜਿਹੜਾ ਵਿਚਾਰਾਂ ਨੂੰ ਸੂਤਰਬੱਧ ਕਰਨਾ ਹੀ ਨਿਬੰਧ ਅਖਵਾਉਂਦਾ ਹੈ। ਵਿਚਾਰਾਂ ਨੂੰ ਸੂਤਰਬੱਧ ਕਰਨਾ ਹੀ ਜਿਹੜਾ ਨਿਬੰਧ ਅਖਵਾਉਂਦਾ ਹੈ। ਨਿਬੰਧ ਲਿਖਦੇ ਸਮੇਂ ਸਾਨੂੰ ਵਿਸ਼ੇਸ਼ ਰੂਪ ਵਿੱਚ ਧਿਆਨ ਰੱਖਣਾ ਪੈਂਦਾ ਹੈ ਕਿ ਜੋ ਵਿਚਾਰ ਅਸੀਂ ਲਿਖ ਰਹੇ ਹਾਂ ਉਹ ਵਿਚਾਰਾਂ ਨੂੰ ਇੱਕ ਕਰਮ ਪ੍ਰਦਾਨ ਕੀਤਾ ਜਾਵੇ, ਇੱਕ ਕਰਮਬੱਧ ਲੜੀਬੱਧ ਤਰੀਕੇ ਨਾਲ ਜਾਂ ਸੂਤਰਬੱਧ ਤਰੀਕੇ ਨਾਲ ਜਿਹੜਾ ਉਹ ਲਿਖਿਆ ਜਾਵੇ। ਅੱਗੇ ਆਪਾਂ ਗੱਲ ਕਰਦੇ ਹਾਂ ਉਦੇਸ਼। ਜਿਹੜੇ ਨਿਬੰਧ ਨੇ ਕਿ ਨਿਬੰਧ ਤੇ ਆਪਾਂ ਉਦੇਸ਼ ਦੀ ਗੱਲ ਕਰਦੇ ਹਾਂ ਕਿ ਜਿਹੜਾ ਨਿਬੰਧ ਆ, ਜਦੋਂ ਆਪਾਂ ਬੱਚਿਆਂ ਨੂੰ ਨਿਬੰਧ ਲਿਖਣਾ ਸਿਖਾਉਂਦੇ ਆ ਜਾਂ ਉਹਨਾਂ ਤੋਂ ਨਿਬੰਧ ਉਹਨਾਂ ਤੋਂ ਲਿਖਵਾਉਂਦੇ ਆ ਤਾਂ ਉਹਦੇ ਉਦੇਸ਼ ਕੀ ਹੁੰਦੇ ਨੇ। ਇਹਦਾ ਜਿਹੜਾ ਸਭ ਤੋਂ ਵੱਡਾ ਉਦੇਸ਼ ਆ ਉਹ ਲਿਖਣ ਕਾਰਜ ਵਿੱਚ ਜਿਹੜਾ ਉਹਦੀ ਰੁਚੀ ਉਤਪੰਨ ਕਰਨੀ। ਆਪਾਂ ਪਹਿਲੇ ਪੁਆਇੰਟ ਦੀ ਗੱਲ ਕਰਦੇ ਹਾਂ, ਲਿਖਣ ਕਾਰਜ ਵਿੱਚ ਜਾਂ ਲਿਖਤ ਕਾਰਜ ਵਿੱਚ ਰੁਚੀ ਉਤਪੰਨ ਕਰਨੀ, ਰੁਚੀ ਪੈਦਾ ਕਰਨੀ। ਕਿਉਂਕਿ ਜਦੋਂ ਤੱਕ ਅਸੀਂ ਬੱਚੇ ਤੋਂ ਰਚਨਾ ਨਹੀਂ ਕਰਵਾਵਾਂਗੇ ਕਿ ਉਹਦੇ ਲਿਖਣ ਵਿੱਚ ਰੁਚੀ ਨਹੀਂ ਪੈਦਾ ਹੋਊਗੀ। ਜਦੋਂ ਲਿਖਣ ਵਿੱਚ ਰੁਚੀ ਪੈਦਾ ਹੋ ਜੂਗੀ ਉਦੋਂ ਕੀ ਉਹਨੂੰ ਸ਼ੁੱਧ ਭਾਸ਼ਾ ਦਾ ਲਿਖਤੀ ਭਾਸ਼ਾ ਦਾ ਜਿਹੜਾ ਸ਼ੁੱਧ ਰੂਪ ਆ ਉਹ ਆ ਜਾਂਦਾ ਗਾ। ਸ਼ੁੱਧ ਰੂਪ ਵਿੱਚ ਭਾਸ਼ਾ ਲਿਖਣ ਦੀ ਸਹਾਇਤਾ ਕਰਨਾ, ਸ਼ੁੱਧ ਰੂਪ ਵਿੱਚ ਭਾਸ਼ਾ ਲਿਖਣ ਵਿੱਚ ਸਹਾਇਤਾ ਕਰਨਾ, ਇਹ ਵੀ ਜਿਹੜਾ ਬਹੁਤ ਵੱਡਾ ਇਹਦਾ ਯੋਗਦਾਨ ਹੁੰਦਾ ਗਾ। ਭਾਸ਼ਾ ਦਾ ਜਿਹੜਾ ਸ਼ੁੱਧ ਲਿਖਤੀ ਰੂਪ ਉਹ ਬੱਚੇ ਨੂੰ ਆ ਸਕਦਾ ਗਾ। ਹੋਰ ਇਹਦੇ ਕੀ ਉਦੇਸ਼ ਹੁੰਦੇ ਆ? ਸਵੈ ਪ੍ਰਗਟਾਅ ਨੂੰ
ਪ੍ਰੇਰਿਤ ਕਰਨਾ, ਸਵੈ ਪ੍ਰਗਟਾ ਲਈ ਬੱਚੇ ਨੂੰ ਪ੍ਰੇਰਿਤ ਕਰਨਾ। ਸਵੈ ਪ੍ਰਗਟਾ ਵਿੱਚ ਸਹਾਇਕ, ਬੱਚੇ ਦਾ ਆਪਣੇ ਜਿਹੜੇ ਵਿਚਾਰ ਪੇਸ਼ ਕਰਨ ਵਿੱਚ ਸਹਾਇਕ ਹੁੰਦਾ ਗਾ ਕਿ ਬੱਚਾ ਜਿਹੜਾ ਆਪਣੇ ਵਿਚਾਰਾਂ ਦਾ ਸਵੈ ਪ੍ਰਗਟਾ ਕਰ ਸਕਦਾ ਹੈ, ਆਪਣੇ ਆਪ ਜਿਹੜੇ ਉਹ ਵਿਚਾਰ ਉਹ ਰਚਨਾ ਦੇ ਜ਼ਰੀਏ ਦੂਸਰਿਆਂ ਤੱਕ ਪਹੁੰਚਾ ਸਕਦਾ ਹੈ। ਇਹਦੇ ਵਿੱਚ ਕੀ ਆ, ਥੋੜੇ ਸ਼ਬਦਾਂ ਵਿੱਚ ਆਪਣੇ ਭਾਸ਼ਾ ਆਪਣੇ ਭਾਵਾਂ ਨੂੰ ਵਿਅਕਤ ਕਰਨ ਦਾ ਤਰੀਕਾ ਦੱਸਣਾ, ਥੋੜੇ ਸ਼ਬਦਾਂ ਵਿੱਚ ਭਾਵਾਂ ਨੂੰ ਦੱਸਣ ਦਾ ਤਰੀਕਾ ਜਾਂ ਫਿਰ ਭਾਵਾਂ ਨੂੰ ਵਿਅਕਤ ਕਰਨ ਦਾ ਤਰੀਕਾ। ਕਿ ਜਿਹੜਾ ਨਿਬੰਧ ਆ ਉਹਦੇ ਵਿੱਚ ਆਪਾਂ ਥੋੜੇ ਸ਼ਬਦਾਂ ਵਿੱਚ ਕੀ ਆ, ਭਾਵ ਪ੍ਰਗਟ ਕਰਨ ਨੂੰ ਜਾਂ ਫਿਰ ਭਾਵ ਵਿਅਕਤ ਕਰਨ ਦਾ ਤਰੀਕਾ, ਭਾਵਾਂ ਨੂੰ ਪ੍ਰਗਟ ਕਰਨ ਦਾ ਤਰੀਕਾ ਦੱਸਣਾ। ਆਪਾਂ ਨੂੰ ਵਿਚਾਰ ਜਿਹੜੇ ਥੋੜੇ ਸ਼ਬਦਾਂ ਵਿੱਚ ਆਪਣੇ ਜ਼ਿਆਦਾ ਜਿਹੜੇ ਭਾਵ ਨੇ ਉਹਨਾਂ ਨੂੰ ਪ੍ਰਗਟ ਕਰਨ ਦਾ ਜਿਹੜਾ ਤਰੀਕਾ ਉਹਦੇ ਨਾਲ ਜਾਣੂ ਕਰਵਾਇਆ ਜਾਂਦਾ ਹੈ। ਹੋਰ ਅੱਗੇ ਗੱਲ ਕੀ ਹੈ, ਇਹਦੇ ਉਦੇਸ਼ ਸਾਹਿਤਿਕ ਸ਼ੈਲੀਆਂ ਨਾਲ ਜਾਣ ਪਹਿਚਾਣ ਕਰਵਾਉਣੀ। ਸਾਹਿਤਿਕ ਜਿਹੜੀਆਂ ਸ਼ੈਲੀਆਂ ਨੇ ਉਹਦੀ ਜਾਣਕਾਰੀ ਬੱਚੇ ਨੂੰ ਦੇਣੀ, ਤਾਂ ਕਿ ਬੱਚਾ ਜਿਹੜਾ ਆਪਣੇ ਵਿਚਾਰ ਨੇ ਉਹ ਲਿਖਤ ਭਾਸ਼ਾ ਦੇ ਮਾਧਿਅਮ ਰਾਹੀਂ ਦੂਸਰਿਆਂ ਅੱਗੇ ਚੰਗੇ ਤਰੀਕੇ ਨਾਲ ਜਿਹੜਾ ਉਹ ਪ੍ਰਗਟ ਕਰ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀ ਆ ਇੱਕ ਕਾਰਮਿਕ ਪ੍ਰਗਟਾ ਦੀ, ਜਿਹੜਾ ਸਭ ਤੋਂ ਪਹਿਲਾਂ ਇਹਦੇ ਧਿਆਨ ਦੇਣ ਜੋ ਗੱਲ ਉਹਦਾ ਉਦੇਸ਼ ਵੀ ਹੈ ਕਿ ਵਿਚਾਰਾਂ ਨੂੰ ਕਰਮ ਪ੍ਰਦਾਨ ਵਿੱਚ ਸਹਾਇਤਾ ਕਰਨੀ। ਵਿਚਾਰਾਂ ਨੂੰ ਕਰਮ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨੀ। ਵਿਚਾਰਾਂ ਨੂੰ ਕਰਮ ਪ੍ਰਦਾਨ ਵਿੱਚ ਸਹਾਇਤਾ ਕਰਨੀ, ਤਾਂ ਇਹ ਕੀ ਹੈ, ਇਹਦਾ ਇੱਕ ਉਦੇਸ਼ ਹੈ ਤਾਂ ਕਿ ਜਿਹੜਾ ਵਿਦਿਆਰਥੀ ਹੈ ਉਹ ਇੱਕ ਚੰਗੇ ਤਰੀਕੇ ਨਾਲ ਜਿਹੜੀ ਆਪਣੇ ਵਿਚਾਰ ਨੇ ਉਹਨਾਂ ਨੂੰ ਪੇਸ਼ ਕਰ ਸਕੇ, ਆਪਣੇ ਵਿਚਾਰਾਂ ਨੂੰ ਜਿਹੜਾ ਇੱਕ ਲੜੀਬੱਧ ਤਰੀਕੇ ਵਿੱਚ ਸ਼ਬਦਾਂ ਵਿੱਚ ਪਰੋ ਕੇ ਉਹ ਦੂਸਰਿਆਂ ਦੇ ਸਾਹਮਣੇ ਜਿਹੜਾ ਉਹ ਪ੍ਰਗਟ ਕਰ ਸਕੇ। ਤੇ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਉਦੇਸ਼ ਨੇ ਉਹ ਕੰਪੋਜੀਸ਼ਨ ਦੇ ਜਾਂ ਫਿਰ ਇੱਕ ਜਿਹੜਾ ਰਚਨਾ ਦੇ ਅੰਦਰ ਆਪਾਂ ਨਿਬੰਧ ਰਚਨਾ ਕਰਨਾ ਸਿਖਾਉਂਦੇ ਹਾਂ ਉਸਦੇ ਉਦੇਸ਼ ਨੇ। ਤਾਂ ਇਹਦੇ ਸਮੇਂ ਜਿਹੜੀਆਂ ਧਿਆਨ ਦੇਣ ਜੋ ਗੱਲਾਂ ਨੇ ਉਹ ਵੀ ਇਹੀ ਨੇ ਕਿ ਜਦੋਂ ਆਪਾਂ ਨਿਬੰਧ ਬੱਚੇ ਨੂੰ ਲਿਖਣਾ ਸਿਖਾਉਂਦੇ ਆ ਤਾਂ ਉਹਦੇ ਵਿੱਚ ਬੱਚੇ ਦੇ ਮਾਨਸਿਕ ਪੱਧਰ ਦਾ ਜਿਹੜਾ ਪੂਰਾ ਧਿਆਨ ਆ ਉਹ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ। ਤਾਂ ਇਹਦੇ ਜਿਹੜੇ ਕੁਝ ਉਦੇਸ਼ ਨੇ, ਸਪੈਸ਼ਲ ਉਦੇਸ਼ਾਂ ਦੇ ਆਧਾਰ ਤੇ ਕੀ ਆ, ਇੱਕ ਜਿਹੜਾ ਨਿਬੰਧ ਆ ਉਹ ਲਿਖਣਾ ਚਾਹੀਦਾ ਹੈ, ਉਹਦੇ ਇੱਕ ਉਦੇਸ਼ ਬਣਾਉਣੇ ਚਾਹੀਦੇ ਨੇ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਕਿਸ ਮੰਤਵ ਲਈ ਲਿਖਿਆ ਜਾ ਰਿਹਾ, ਕਿਹੜੀ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜੀ ਪ੍ਰੋਵਾਈਡ ਕਰਵਾ ਰਹੇ ਆ ਉਸ ਚੀਜ਼ ਦਾ ਜਿਹੜਾ ਧਿਆਨ ਆ ਬਹੁਤ ਹੀ ਜ਼ਰੂਰੀ ਰੱਖਿਆ ਜਾਣਾ ਚਾਹੀਦਾ ਹੈ। ਤੇ ਜਿਹੜੇ ਅਧਿਆਪਕ ਵੱਲੋਂ ਕਥਨ ਨੇ ਉਹ ਪ੍ਰਭਾਵਪੂਰਨ ਹੋਣੇ ਚਾਹੀਦੇ ਨੇ। ਵਿਦਿਆਰਥੀ ਜਿਹੜਾ ਇੱਕ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਜਿਹੜੇ ਵਿਚਾਰ ਆ ਉਹ ਜਿਹੜਾ ਆਪਣਾ ਸਵੈ ਪ੍ਰਗਟਾਵਾ ਉਹ ਇੱਕ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕੇ, ਔਰ ਜੋ ਵਿਚਾਰ ਉਹ ਦੂਸਰਿਆਂ ਤੱਕ ਪਹੁੰਚਾਉਣਾ ਚਾਹੁੰਦਾ ਗਾ ਉਹ ਜਿਹੜੇ ਵਿਚਾਰ ਆ ਉਹ ਇੱਕ ਚੰਗੇ ਤਰੀਕੇ ਨਾਲ ਜਿਹੜਾ ਪਹੁੰਚਾ ਸਕੇ। ਹਰੇਕ ਅਧਿਆਪਕ ਕਥਨ ਦਾ ਜਿਹੜਾ ਮੁੱਖ ਬਿੰਦੂ ਜਾਂ ਮੁੱਖ ਭਾਵ ਹੈ ਉਹ ਬਲੈਕ ਬੋਰਡ ਉੱਤੇ ਅੰਕਿਤ ਕਰਦੇ ਰਹਿਣਾ ਚਾਹੀਦਾ, ਜਿਸ ਨਾਲ ਜਿਹੜਾ ਬਲੈਕ ਬੋਰਡ ਸਾਰ ਆ ਉਹ ਵਿਕਸਿਤ ਹੋ ਸਕੇ। ਨਿਬੰਧ ਦੀ ਪੇਸ਼ਕਾਰੀ ਸਮੇਂ ਕੁਝ ਸਹਾਇਕ ਕਿਰਿਆਵਾਂ, ਸਹਾਇਕ ਸਮੱਗਰੀ ਜਿਵੇਂ ਕਿ ਚਾਰਟ, ਮਾਡਲ, ਚਿੱਤਰ ਆਦਿ ਦਾ ਜਿਹੜਾ ਪ੍ਰਯੋਗ ਆ ਉਹ ਵੀ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਹਰ ਇੱਕ ਨਿਬੰਧ ਦੇ ਜਿਹੜੇ 3 ਭਾਗ ਹੁੰਦੇ ਨੇ, ਇੱਕ ਪ੍ਰਸਤਾਵਨਾ, ਦੂਜਾ ਪ੍ਰਸਾਰ ਤੇ ਫਿਰ ਤੀਜਾ ਸਾਰ। ਤੇ ਹਰ ਇੱਕ ਨਿਬੰਧ ਦੇ ਇਹ 3 ਭਾਗਾਂ ਦਾ ਜਿਹੜਾ ਧਿਆਨ ਆ ਉਹ ਵੀ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਰੱਖਿਆ ਜਾਣਾ ਚਾਹੀਦਾ ਹੈ। ਤਿੰਨੇ ਭਾਗਾਂ ਨੂੰ ਆਪਾਂ ਜ਼ਰੂਰੀ ਸਮਾਨ ਮਹੱਤਵ ਦਿੰਦੇ ਹੋਏ ਉਹਦਾ ਆਪਾਂ ਨਿਬੰਧ ਦੀ ਜਿਹੜੀ ਰਚਨਾ ਹੈ ਉਹ ਬੱਚਿਆਂ ਤੋਂ ਕਰਵਾ ਸਕਦੇ ਹਾਂ। ਤਾਂ ਹਰੇਕ ਭਾਗ ਨੂੰ ਵੱਖਰੇ ਤੌਰ ਤੇ ਪੜ੍ਹਾਇਆ ਜਾਣਾ ਚਾਹੀਦਾ ਹੈ, ਵੱਖਰੇ ਤੌਰ ਤੇ ਜਿਹੜੀ ਉਹਦੀ ਸਿਖਲਾਈ ਉਹ ਦਿੱਤੀ ਜਾਣੀ ਜ਼ਰੂਰੀ ਹੈ। ਤਾਂ ਅੱਜ ਦੇ ਆਪਾਂ ਆਪਣੇ ਲੈਕਚਰ ਵਿੱਚ ਆਪਾਂ ਜਿਹੜੇ ਕੰਪੋਜੀਸ਼ਨ ਦਾ ਟੌਪਿਕ ਸਟਾਰਟ ਕੀਤਾ ਹੋਇਆ ਸੀਗਾ, ਕੰਪੋਜੀਸ਼ਨ ਦਾ ਟੌਪਿਕ ਆਪਣਾ ਅੱਜ ਕੰਪਲੀਟ ਕੀਤਾ, ਜਿਹਦੇ ਵਿੱਚ ਆਪਾਂ ਰਚਨਾ ਬਾਰੇ ਗੱਲ ਕੀਤੀ ਕਿ ਰਚਨਾ ਕਿੰਨੀ ਤਰੀਕੇ ਦੀ ਹੁੰਦੀ ਹੈ,
ਔਰ ਇਹਦੇ ਜਿਹੜੇ ਰਚਨਾ ਕਰਨ ਦੇ ਕਿਹੜੇ-ਕਿਹੜੇ ਮੈਥਡ ਨੇ। ਔਰ ਅੱਗੇ ਆਪਾਂ ਗੱਲ ਕੀਤੀ ਕਿ ਜਿਹੜੇ ਰਚਨਾ ਦੀਆਂ ਉਹ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਆਪਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦੀਆਂ ਨੇ। ਰਚਨਾ ਦੇ ਅੰਦਰ ਜਿਹੜਾ ਨਿਬੰਧ ਹੈ, ਨਿਬੰਧ ਆਪਾਂ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹਾਂ, ਨਿਬੰਧ ਕੀ ਹੁੰਦਾ ਔਰ ਕਿਹੜੀਆਂ-ਕਿਹੜੀਆਂ ਗੱਲਾਂ ਇਹਦੀਆਂ ਧਿਆਨ ਵਿੱਚ ਰੱਖਣੀਆਂ ਨੇ, ਕੀ ਨਿਬੰਧ ਰਚਨਾ ਦੇ ਜਿਹੜੇ ਉਦੇਸ਼ ਹੁੰਦੇ ਨੇ ਉਹ ਹਨ। ਤਾਂ ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਇਹ ਇੱਥੇ ਕੰਪਲੀਟ ਹੋ ਰਿਹਾ। ਨੈਕਸਟ ਲੈਕਚਰ ਵਿੱਚ ਆਪਾਂ ਇੱਕ ਨੈਕਸਟ ਲੈਕਚਰ ਕਰਾਂਗੇ। ਅੱਜ ਦਾ ਲੈਕਚਰ ਇੱਥੇ ਕੰਪਲੀਟ ਕਰਦੇ ਹਾਂ। ਧੰਨਵਾਦ।